ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਚੈਪਟਰ ਨੰਬਰ 19 ਜਿਸ ਦਾ ਨੇਮ ਆ ਇੰਟਰਨਲ ਟ੍ਰੇਡ। ਇੰਟਰਨਲ ਟ੍ਰੇਡ ਹੁੰਦਾ ਕੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਅੰਦਰੂਨੀ ਵਪਾਰ। ਅੰਦਰੂਨੀ ਵਪਾਰ ਮੀਨਸ the buying and selling of goods within the geographical boundaries of a country is known as internal trade। ਜਿਹੜੀ ਅਸੀਂ buying and selling ਜੋ ਅਸੀਂ ਸਮਾਨ ਖਰੀਦਦੇ ਆ ਜਾਂ ਵੇਚਦੇ ਆ, ਠੀਕ ਆ, ਆਪਣੇ ਜਿਓਗ੍ਰਾਫਿਕਲ ਭੂਗੋਲਿਕ ਬਾਉਂਡਰੀ ਦੇ ਵਿੱਚ ਰਹਿ ਕੇ ਕੰਟਰੀ ਦੇ, ਉਹਨੂੰ ਅਸੀਂ ਕੀ ਕਵਾਂਗੇ? ਇੰਟਰਨਲ ਟ੍ਰੇਡ। ਅਸੀਂ ਇਹਨੂੰ ਹੋਮ ਟ੍ਰੇਡ ਦਾ ਨੇਮ ਵੀ ਦਿੰਦੇ ਆ। ਫੋਰ ਐਗਜ਼ਾਮਪਲ, the sale of goods by a businessman of Delhi to the businessman of Mumbai is in the internal trade। देखो दिल्ली की आ, दिल्ली भी अपने इंडिया ਦੇ ਵਿੱਚ ਆਂਦਾ ਤੇ ਮੁੰਬਈ ਵੀ ਆਪਣੇ ਇੰਡੀਆ ਵਿੱਚ ਆਂਦਾ, ਸੋ ਵਿਦਿਨ ਅ ਕੰਟਰੀ ਹੋ ਗਿਆ। ਇਹਨੂੰ ਆਪਾਂ ਕੀ ਕਵਾਂਗੇ? ਇੰਟਰਨਲ ਟ੍ਰੇਡ। ਸੋ ਇਟ ਮੀਨਸ the business transaction may take place between the merchant of different state। ਜਦੋਂ different state ਦੇ merchant ਦੇ ਵਿੱਚ ਆਪਣਾ ਕੋਈ business ਕੋਈ transactions ਹੁੰਦੀ ਆ, ਅਸੀਂ ਉਹਨੂੰ ਕੀ ਕਵਾਂਗੇ? internal trade। next ਆ ਜਾਂਦਾ ਇਹਨਾਂ ਦੀਆਂ characteristics। sale and purchase of goods, ਜਦੋਂ goods ਦੀ sale ਤੇ purchase ਕੀਤੀ ਜਾਂਦੀ ਆ within the same country, ਠੀਕ ਹੈ, ਉਹਨੂੰ ਆਪਾਂ ਕੀ ਕਵਾਂਗੇ? ਇੰਟਰਨਲ ਟ੍ਰੇਡ। ਸੈਕਿੰਡ, ਕਿ ਜਿਹੜੀ ਆਪਣੀ ਟ੍ਰਾਂਜੈਕਸ਼ਨਸ ਹੋਏਗੀ, ਮਨੀ ਰਿਲੇਟਡ ਟ੍ਰਾਂਜੈਕਸ਼ਨ ਤਾਂ ਹੋਣੀ ਆ, ਠੀਕ ਆ, ਉਹ ਆਪਣੀ ਉਸੇ ਕੰਟਰੀ ਦੀ ਕਰੰਸੀ ਵਾਲੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਾ ਹੋਵੇ ਕਿ ਆਪਾਂ ਇੰਡੀਆ ਦੇ ਵਿੱਚ ਡੀਲ ਕਰਦੇ ਪਏ ਤੇ ਕਰੰਸੀ ਆਪਣੀ ਅਦਰ ਕੰਟਰੀ ਦੀ ਹੋਵੇ। ਸੋ ਆਪਣੀ ਸੇਮ ਕੰਟਰੀ ਦੀ ਕਰੰਸੀ ਯੂਜ਼ ਹੋਣੀ ਚਾਹੀਦੀ ਆ। ਨੈਕਸਟ ਆ ਜਾਂਦਾ ਕਿ देयर इज फ्री मूवमेंट ऑफ गुड्स फ्रॉम वन प्लेस टू अनदर। ਇੱਥੇ ਜਿਹੜੀ ਗੁੱਡਸ ਦੀ ਮੂਵਮੈਂਟ ਹੁੰਦੀ ਆ ਉਹ ਫ੍ਰੀਲੀ ਹੁੰਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਨੈਕਸਟ ਆ ਜਾਂਦਾ provision of sale of goods act are applicable in case of any dispute। ਜੇ ਕਿਸੇ ਵੀ ਤਰ੍ਹਾਂ ਦਾ ਡਿਸਪਿਊਟ ਝਗੜਾ ਹੁੰਦਾ ਤੇ ਉਸ ਟਾਈਮ ਤੇ ਆਪਣਾ ਪ੍ਰੋਵੀਜ਼ਨ ਕਰਨੀ ਲੱਗੇਗੀ ਸੇਲ ਆਫ ਗੁੱਡਸ ਐਕਟ ਦੀ। ਸੋ ਇੰਨਾ ਕਲੀਅਰ ਆ। ਜੇ ਪਹਿਲਾਂ ਆਪਾਂ ਕੀਤਾ ਇੰਟਰਨਲ ਟ੍ਰੇਡ। ਇੰਟਰਨਲ ਟ੍ਰੇਡ ਕੀ ਸੀਗਾ? ਜਿਹੜਾ ਟ੍ਰੇਡ ਸਾਡੇ ਜਿਓਗ੍ਰਾਫਿਕਲ ਬਾਉਂਡਰੀ, ਕੰਟਰੀ ਦੀ ਜਿਓਗ੍ਰਾਫਿਕਲ ਬਾਉਂਡਰੀ ਦੇ ਵਿੱਚ ਹੁੰਦਾ ਵਾ, ਉਹਨੂੰ ਅਸੀਂ ਕੀ ਕਹਿੰਦੇ ਆ? ਇੰਟਰਨਲ ਟ੍ਰੇਡ। ਨੈਕਸਟ ਆ ਜਾਂਦਾ ਟਾਈਪਸ ਆਫ ਇੰਟਰਨਲ ਟ੍ਰੇਡ। ਇੰਟਰਨਲ ਟ੍ਰੇਡ ਦੀਆਂ ਟਾਈਪਸ, ਇਹਨੂੰ 3 ਟਾਈਪ ਦੇ ਵਿੱਚ ਡਿਵਾਈਡ ਕੀਤਾ ਗਿਆ। ਔਨ ਦਾ ਬੇਸਿਸ ਆਫ ਰਿਲੇਸ਼ਨਸ਼ਿਪ, ਔਨ ਦਾ ਬੇਸਿਸ ਆਫ ਲੈਵਲ, ਔਨ ਦਾ ਬੇਸਿਸ ਆਫ ਕੁਆਂਟੀਟੀ। ਰਿਲੇਸ਼ਨਸ਼ਿਪ ਦੇ ਬੇਸ ਤੇ 2 ਟਾਈਪਸ ਆ, ਡਾਇਰੈਕਟ ਟ੍ਰੇਡ ਐਂਡ ਇਨਡਾਇਰੈਕਟ ਟ੍ਰੇਡ। ਨੈਕਸਟ ਆ ਜਾਂਦਾ ਔਨ ਦਾ ਬੇਸਿਸ ਆਫ ਲੈਵਲ। ਲੈਵਲ ਦੇ ਬੇਸ ਤੇ 3 ਟਾਈਪਸ ਆਣਗੀਆਂ, ਲੋਕਲ ਲੈਵਲ, ਸਟੇਟ ਲੈਵਲ ਐਂਡ ਨੈਸ਼ਨਲ ਲੈਵਲ। ਥਰਡ ਆ ਜਾਂਦਾ ਕੁਆਂਟੀਟੀ। ਕੁਆਂਟੀਟੀ ਦੇ ਬੇਸ ਤੇ 2 ਟਾਈਪਸ ਹੋਣਗੀਆਂ, ਹੋਲਸੇਲ ਟ੍ਰੇਡ ਐਂਡ ਰਿਟੇਲ ਟ੍ਰੇਡ। ਸੋ ਇਹਨਾਂ ਨੂੰ ਆਪਾਂ 1 ਬਾਈ 1 ਡਿਸਕਸ ਕਰਾਂਗੇ। ਫਰਸਟਲੀ ਆਏਗਾ ਔਨ ਦਾ ਬੇਸਿਸ ਆਫ ਰਿਲੇਸ਼ਨਸ਼ਿਪ। ਰਿਲੇਸ਼ਨਸ਼ਿਪ ਦੇ ਬੇਸ ਤੇ ਆਪਾਂ ਪਹਿਲਾਂ ਕਿਹਾ ਸੀ ਇਹਦੇ 2 ਟਾਈਪਸ ਹੋਣਗੀਆਂ, ਡਾਇਰੈਕਟ ਟ੍ਰੇਡ ਐਂਡ ਇਨਡਾਇਰੈਕਟ ਟ੍ਰੇਡ। ਡਾਇਰੈਕਟ ਟ੍ਰੇਡ ਕੀ ਹੁੰਦਾ? ਡਾਇਰੈਕਟ ਟ੍ਰੇਡ ਮੀਨਸ ਜਦੋਂ ਪ੍ਰੋਡਿਊਸਰ, ਠੀਕ ਹੈ, ਵੈਨ ਦਾ ਪ੍ਰੋਡਿਊਸਰ ਸੈਲ ਦਾ ਗੁੱਡਸ ਡਾਇਰੈਕਟਲੀ ਟੂ ਕੰਜ਼ਿਊਮਰ। ਜਦੋਂ ਪ੍ਰੋਡਿਊਸਰ ਆਪਣੇ ਗੁੱਡਸ ਡਾਇਰੈਕਟਲੀ ਕੰਜ਼ਿਊਮਰ ਨੂੰ ਸੇਲ ਕਰਦਾ ਤੇ ਉਹਦੇ ਵਿੱਚ ਕੋਈ ਵੀ ਮੀਡੀਏਟਰ ਨਹੀਂ ਹੋਏਗਾ, ਕੋਈ ਮਿਡਲਮੈਨ ਨਹੀਂ ਹੋਏਗਾ, ਉਹਨੂੰ ਆਪਾਂ ਕੀ ਕਵਾਂਗੇ? ਡਾਇਰੈਕਟ ਟ੍ਰੇਡ। ਇਹਦੀ ਐਡਵਾਂਟੇਜ ਕੀ ਹੋਣਗੀਆਂ ਰਾਜੇ? ਜਿਸ ਤਰ੍ਹਾਂ ਫਰਸਟਲੀ ਗੁੱਡਸ ਆਰ ਸੋਲਡ ਥਰੂ ਦਾ ਮੀਡੀਏਟਰ। ਜੇ ਗੁੱਡਸ ਆਪਣੇ ਮੀਡੀਏਟਰ ਦੇ ਥਰੂ ਸੋਲਡ ਕੀਤੀਆਂ ਜਾਂਦੀਆਂ ਵਾ ਤੇ ਉਹ ਆਪਣਾ ਪ੍ਰੋਫਿਟ ਮਾਰਜਨ ਤਾਂ ਲੈਣਗੇ, ਠੀਕ ਆ, ਉਹ ਆਪਣਾ ਪ੍ਰੋਫਿਟ ਵਿੱਚ ਲੈਣਗੇ। ਇਹਦੇ ਨਾਲ ਕੀ ਹੋ ਜਾਂਦਾ? ਪ੍ਰਾਈਸ ਇੰਕਰੀਜ਼ ਹੋ ਜਾਂਦਾ। ਸੋ ਜਦੋਂ ਆਪਣੇ ਮਿਡਲਮੈਨ ਹੀ ਨਹੀਂ ਹੋਣਗੇ ਤੇ ਪ੍ਰਾਈਸ ਆਪਣਾ ਕੀ ਰਹੇਗਾ? ਘੱਟ ਰਹੇਗਾ। ਸੋ ਫਰਸਟ ਐਡਵਾਂਟੇਜ ਆ ਗਈ। ਨੈਕਸਟ ਆ ਜਾਂਦਾ ਕੰਜ਼ਿਊਮਰ ਰਿਸੀਵ ਦਾ ਓਰੀਜਨਲ ਗੁੱਡ ਫਰੋਮ ਦਾ ਪ੍ਰੋਡਿਊਸਰ। ਜਦੋਂ ਕੰਜ਼ਿਊਮਰ ਨੇ ਪ੍ਰੋਡਿਊਸਰ ਤੋਂ ਗੁੱਡਸ ਰਿਸੀਵ ਕਰਨੀ ਹੈ, ਦੈਨ ਉਹ ਕੀ ਹੋ ਗਿਆ? ਉਹ ਓਰੀਜਨਲ ਗੁੱਡਸ ਰਿਸੀਵ ਕਰੇਗਾ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਫਰਾਡ ਨਹੀਂ ਹੋਣਗੇ। ਨੈਕਸਟ ਥਰਡ ਪੁਆਇੰਟ, ਦਾ ਅਵੇਲੇਬਿਲਿਟੀ ਆਫ ਦਾ ਗੁੱਡਸ ਟੂ ਦਾ ਕੰਜ਼ਿਊਮਰ ਐਟ ਚੀਪਰ ਰੇਟ। ਆਪਾਂ ਨੂੰ ਕੀ ਆ? ਘੱਟ ਰੇਟ ਤੇ ਗੁੱਡਸ ਕੰਜ਼ਿਊਮਰ ਨੂੰ ਅਵੇਲੇਬਲ ਹੋ ਜਾਂਦੀਆਂ। ਰੀਜ਼ਨ ਕੀ ਸੀ? ਮੀਡੀਏਟਰ ਦਾ ਪ੍ਰੋਫਿਟ ਉਹ ਖਤਮ ਹੋ ਗਿਆ ਆਪਣਾ। ਨੈਕਸਟ ਪੋਸੀਬਿਲਿਟੀ ਆਫ ਸੈਲਿੰਗ ਦਾ ਗੁੱਡਸ ਔਨ ਕੈਸ਼ ਬੇਸਿਸ। ਇਹਦੇ ਵਿੱਚ ਪੋਸੀਬਿਲਿਟੀ ਇਹੀ ਹੁੰਦੀ ਹੈ ਕਿ ਜਿਹੜੇ ਗੁੱਡਸ ਸੇਲ ਹੋਣਗੇ ਉਹ ਕੈਸ਼ ਬੇਸ ਤੇ ਹੁੰਦੀਆਂ ਤੇ ਹਾਇਰ ਪ੍ਰੋਫਿਟ ਮਾਰਜਨ ਟੂ ਪ੍ਰੋਡਿਊਸਰ। ਪ੍ਰੋਡਿਊਸਰ ਕੀ ਅਰਨ ਕਰਦੇ ਆ? ਹਾਇਰ ਪ੍ਰੋਫਿਟ ਮਾਰਜਨ। ਸੋ ਇਹ ਹੋ ਗਿਆ ਐਡਵਾਂਟੇਜ। ਨੈਕਸਟ ਆ ਜਾਂਦਾ ਇਨਡਾਇਰੈਕਟ ਟ੍ਰੇਡ। ਹੁਣ ਇਨਡਾਇਰੈਕਟ ਟ੍ਰੇਡ ਕੀ ਆ? Indirect trade means when producer or manufacturer instead of directly selling goods to consumer, ਉਹ consumer ਨੂੰ directly sell ਨਹੀਂ ਕਰਦੇ, ਉਹ sell ਕਿਹਨੂੰ ਕਰਦੇ ਆ? Intermediaries। ਕੌਣ ਹੁੰਦੇ ਆ ਉਹ? Wholesaler, retailer, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? Intermediaries।
ਪਹਿਲਾਂ ਹੁਣ ਦੇਖੋ ਪ੍ਰੋਡਿਊਸਰ ਕੀ ਆ, ਪ੍ਰੋਡਿਊਸਰ ਆਪਣੇ ਗੁड्स ਕਿਹਨੂੰ ਸੇਲ ਕਰੇਗਾ, ਹੋਲਸੇਲਰ ਨੂੰ, ਠੀਕ ਹੈ। ਹੋਲਸੇਲਰ ਦੈਨ ਕਿਹਨੂੰ ਗੁड्स ਸੇਲ ਕਰੇਗਾ, ਰਿਟੇਲਰ ਨੂੰ। ਇਸ ਤੋਂ ਬਾਅਦ ਰਿਟੇਲਰ ਕਿਹਨੂੰ ਗੁड्स ਸੇਲ ਕਰਦਾ ਵਾ, ਕੰਜ਼ਿਊਮਰ ਨੂੰ, ਠੀਕ ਆ। ਇਹ ਕੀ ਆ ਜਾਂਦਾ ਵਾ, ਇਹ ਪ੍ਰੋਸੈਸ ਹੁੰਦਾ, ਇਹਨੂੰ ਚੇਨ ਆਪਾਂ ਕਹਿ ਦਿੰਦੇ ਆ, ਜਿੰਦੇ ਵਿੱਚ ਕੀ ਹੁੰਦਾ ਵਾ, ਪ੍ਰੋਡਿਊਸਰ ਹੋਲਸੇਲਰ, ਹੋਲਸੇਲਰ ਤੋਂ ਰਿਟੇਲਰ, ਰਿਟੇਲਰ ਤੋਂ ਕਸਟਮਰ ਤੱਕ ਚੀਜ਼ਾਂ ਆਪਣੀਆਂ ਸੇਲ ਹੁੰਦੀਆਂ। ਇਹ ਕੀ ਹੁੰਦਾ, ਇਨਡਾਇਰੈਕਟ ਸੇਲ ਮੈਥਡ। ਨੈਕਸਟ ਆ ਜਾਂਦਾ ਔਨ ਦਾ ਬੇਸਿਸ ਆਫ ਲੈਵਲ। ਲੈਵਲ ਦੇ ਬੇਸ ਤੇ ਆਪਾਂ ਪਹਿਲਾਂ ਕਿਹਾ ਸੀ ਇਹਦੇ ਚ 3 ਟਾਈਪਸ ਆ ਜਾਣਗੀਆਂ, ਲੋਕਲ ਲੈਵਲ, ਸਟੇਟ ਲੈਵਲ ਐਂਡ ਨੈਸ਼ਨਲ ਲੈਵਲ। ਹੁਣ ਲੋਕਲ ਲੈਵਲ ਤੇ ਟ੍ਰੇਡ ਕੀ ਹੁੰਦਾ, ਜਿਸ ਤਰ੍ਹਾਂ ਆਪਾਂ ਬਾਗਾ ਪੁਰਾਣਾ ਤੋਂ, ਠੀਕ ਹੈ। ਲੋਕਲ ਲੈਵਲ ਟ੍ਰੇਡ ਦੇ ਵਿੱਚ ਕੀ ਹੁੰਦਾ, ਜਿਹੜੇ ਅਸੀਂ ਲੋਕਲੀ ਜਿੱਥੇ ਰਹਿ ਰਹੇ ਹਾਂ ਉੱਥੇ ਹੀ ਗੁड्स ਸੇਲ ਤੇ ਪਰਚੇਜ਼ ਕਰਦੇ ਆ। ਜਿਸ ਤਰ੍ਹਾਂ ਆਪਾਂ ਮੇਨਲੀ ਕਿਹੜੀਆਂ ਹੁੰਦੀਆਂ, ਪੈਰੀਸ਼ੇਬਲ ਨੇਚਰ ਦੀਆਂ ਗੁड्स, ਪੈਰੀਸ਼ੇਬਲ ਨੇਚਰ ਦੇ ਜਿਹੜੇ ਗੁड्स ਹੋਣਗੇ ਉਹ ਆਪਾਂ ਲੋਕਲ ਲੈਵਲ ਤੇ ਹੀ ਪ੍ਰੈਫਰ ਕਰਦੇ ਆ। ਫੋਰ ਐਗਜ਼ਾਮਪਲ ਫਰੈਸ਼ ਫਰੂਟਸ, ਮਿਲਕ ਐਟਸੈਟਰਾ। ਨੈਕਸਟ ਆ ਜਾਂਦਾ ਸਟੇਟ ਲੈਵਲ ਟ੍ਰੇਡ। ਸਟੇਟ ਲੈਵਲ ਟ੍ਰੇਡ, ਜਦੋਂ ਕੋਈ ਟ੍ਰੇਡ ਅਸੀਂ ਦੂਸਰੇ ਸਟੇਟ ਤੋਂ ਕਰਦੇ ਆ, ਜਦੋਂ ਅਸੀਂ ਟ੍ਰੇਡ ਦੂਸਰੇ ਸਟੇਟ ਤੋਂ ਕਰਦੇ ਆ ਉਹਨੂੰ ਅਸੀਂ ਕੀ ਕਵਾਂਗੇ, ਸਟੇਟ ਲੈਵਲ ਟ੍ਰੇਡ। ਟ੍ਰੇਡ ਡੈਟ ਇਜ਼ ਕੈਰੀ ਔਨ ਵੇਰੀਅਸ ਡਿਸਟ੍ਰਿਕਟ ਆਫ ਅ ਸਟੇਟ ਇਜ਼ ਨੋਨ ਐਜ਼ ਅ ਸਟੇਟ ਲੈਵਲ ਟ੍ਰੇਡ। ਜਦੋਂ ਅਸੀਂ ਆਪਣੇ ਦੂਸਰੇ ਰਾਜ ਤੋਂ, ਠੀਕ ਹੈ ਨਾ, ਦੂਸਰੀ ਸਟੇਟ ਤੋਂ ਸਮਾਨ ਕੋਈ ਖਰੀਦਾਂਗੇ ਉਹਨੂੰ ਅਸੀਂ ਕੀ ਕਵਾਂਗੇ, ਸਟੇਟ ਲੈਵਲ ਟ੍ਰੇਡ। ਨੈਕਸਟ ਆ ਜਾਂਦਾ ਨੈਸ਼ਨਲ ਲੈਵਲ ਟ੍ਰੇਡ। ਨੈਸ਼ਨਲ ਲੈਵਲ ਟ੍ਰੇਡ ਮੀਨਸ ਅ ਟ੍ਰੇਡ ਡੈਟ ਇਜ਼ ਕੈਰੀ ਔਨ ਇਨ ਵੇਰੀਅਸ ਸਟੇਟ ਆਫ ਅ ਕੰਟਰੀ, ਠੀਕ ਹੈ। ਜਿਹੜਾ ਆਪਾਂ ਬਹੁਤ ਸਾਰੀ ਸਟੇਟ ਦੇ ਵਿੱਚ ਕੀਤਾ ਜਾਂਦਾ ਵਾ ਕੰਟਰੀ ਦੇ, ਉਹਨੂੰ ਆਪਾਂ ਕੀ ਕਵਾਂਗੇ, ਨੈਸ਼ਨਲ ਲੈਵਲ। ਰਾਜੇ ਇਹਦੇ ਵਿੱਚ ਸੀਗਾ ਕਿ ਅਸੀਂ ਇੱਕੋ ਸਟੇਟ ਦੇ ਵਿੱਚ ਕਰਦੇ ਪਏ ਆ, ਇਹਦੇ ਚ ਕੀ ਹੋ ਗਿਆ, ਡਿਫਰੈਂਟ ਸਟੇਟ ਦੇ ਅੰਡਰ ਆਪਣਾ ਟ੍ਰੇਡ ਹੋ ਰਿਹਾ ਵਾ, ਠੀਕ ਹੈ। ਇਹ 1 ਸਟੇਟ ਦੇ ਅੰਡਰ ਸੀਗਾ, ਜਦੋਂ ਡਿਫਰੈਂਟ ਸਟੇਟ ਦੇ ਅੰਡਰ ਹੁੰਦਾ ਉਹਨੂੰ ਅਸੀਂ ਨੈਸ਼ਨਲ ਲੈਵਲ ਟ੍ਰੇਡ ਕਵਾਂਗੇ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕਿ ਇੰਡੀਆ ਦੇ ਡਿਫਰੈਂਟ ਸਟੇਟ ਦੇ ਵਿੱਚ ਜਦੋਂ ਟ੍ਰੇਡ ਹੋਏਗਾ ਉਹਨੂੰ ਅਸੀਂ ਨੈਸ਼ਨਲ ਲੈਵਲ ਕਵਾਂਗੇ। ਤੇ ਜਿਵੇਂ ਪੰਜਾਬ ਆ, ਪੰਜਾਬ ਦੀ ਸਟੇਟ ਦੇ ਵਿੱਚ, ਠੀਕ ਹੈ, ਪੰਜਾਬ ਇੱਕ ਸਟੇਟ ਆ, ਉਹਦੇ ਵਿੱਚ ਟ੍ਰੇਡ ਹੋ ਰਿਹਾ, ਉਹਨੂੰ ਅਸੀਂ ਕੀ ਕਵਾਂਗੇ, ਸਟੇਟ ਲੈਵਲ ਟ੍ਰੇਡ। ਸੋ ਨੈਕਸਟ ਆ ਜਾਂਦਾ ਔਨ ਦਾ ਬੇਸਿਸ ਆਫ ਕੁਆਂਟੀਟੀ। ਕੁਆਂਟੀਟੀ ਦੇ ਬੇਸ ਤੇ 2 ਟਾਈਪਸ ਹੁੰਦੀਆਂ ਵਾ, ਹੋਲਸੇਲ ਟ੍ਰੇਡ ਐਂਡ ਰਿਟੇਲ ਟ੍ਰੇਡ। A wholesale trader purchase goods in huge quantity from producer. ਹੋਲਸੇਲਰ ਕੀ ਕਰਦਾ ਵਾ, ਲਾਰਜ ਕੁਆਂਟੀਟੀ ਦੇ ਵਿੱਚ ਗੁड्स ਪ੍ਰੋਡਿਊਸਰ ਤੋਂ ਖਰੀਦਦਾ, ਦੈਨ ਉਹਨੂੰ ਸਮਾਲ ਕੁਆਂਟੀਟੀ ਦੇ ਵਿੱਚ ਰਿਟੇਲਰ ਨੂੰ ਸੇਲ ਕਰ ਦਿੰਦਾ। ਜਿਹੜਾ ਹੋਲਸੇਲ ਟ੍ਰੇਡ ਆ ਇਹ ਮੋਸਟਲੀ 1 ਟਾਈਪ ਆਫ ਗੁड्स ਦੇ ਵਿੱਚ ਡੀਲ ਕੀਤਾ ਜਾਂਦਾ ਵਾ, ਕਿਉਂਕਿ ਇਹਦੇ ਚ ਕੁਆਂਟੀਟੀ ਕੀ ਹੁੰਦੀ ਆ, ਲਾਰਜਰ ਹੋਏਗੀ, ਵੈਰਾਈਟੀ ਇਹਦੇ ਚ ਘੱਟ ਹੁੰਦੀ ਆ। ਨੈਕਸਟ ਆ ਇਹਦਾ ਰਿਟੇਲ ਟ੍ਰੇਡ। ਰਿਟੇਲ ਟ੍ਰੇਡ ਮੀਨਸ ਅ ਰਿਟੇਲਰ ਪਰਚੇਜ਼ ਡਿਫਰੈਂਟ ਕਾਈਂਡ ਆਫ ਗੁड्स। ਜਦੋਂ ਰਿਟੇਲਰ ਡਿਫਰੈਂਟ ਕਾਈਂਡਸ ਆਫ ਗੁड्स ਪਰਚੇਜ਼ ਕਰਦਾ ਕਿੰਦੇ ਕੋਲੋਂ, ਡਿਫਰੈਂਟ ਹੋਲਸੇਲਰ ਕੋਲੋਂ, ਤੇ ਦੈਨ ਉਹ ਕੀ ਕਰਦਾ, ਸੈਲ ਥੀਸ ਗੁड्स ਇਨ ਦਾ ਸਮਾਲ ਕੁਆਂਟੀਟੀ। ਉਹ ਇਹਨਾਂ ਗੁड्स ਨੂੰ ਸਮਾਲ ਕੁਆਂਟੀਟੀ ਦੇ ਵਿੱਚ ਸੇਲ ਕਰ ਦਿੰਦਾ ਤਾਂ ਜੋ ਕੰਜ਼ਿਊਮਰ ਦੀ ਡਿਮਾਂਡ ਨੂੰ ਅਸੀਂ ਪੂਰੇ ਕਰ ਸਕੀਏ। ਰਿਟੇਲਰ ਕੋਲ ਰਾਜੇ ਕੁਆਂਟੀਟੀ ਘੱਟ ਹੋਏਗੀ, ਵੈਰਾਈਟੀ ਜ਼ਿਆਦਾ ਹੋਏਗੀ। ਹੋਲਸੇਲਰ ਕੋਲ ਕੀ ਹੁੰਦਾ ਵਾ, ਹੋਲਸੇਲਰ ਕੋਲ ਵੈਰਾਈਟੀ ਘੱਟ ਹੁੰਦੀ ਹੈ ਤੇ ਕੁਆਂਟੀਟੀ ਜ਼ਿਆਦਾ ਹੁੰਦੀ ਹੈ। ਸੋ ਇਹ ਸੀਗੀਆਂ ਆਪਣੀਆਂ ਟਾਈਪ ਆਫ ਇੰਟਰਨਲ ਟ੍ਰੇਡ। ਨੈਕਸਟ ਆ ਜਾਂਦਾ ਮੀਨਿੰਗ ਐਂਡ ਡੈਫੀਨੇਸ਼ਨ ਆਫ ਹੋਲਸੇਲਰ। ਵਟ ਇਜ਼ ਦ ਮੀਨਿੰਗ ਆਫ ਹੋਲਸੇਲਰ? ਹੋਲਸੇਲਰ ਕੌਣ ਹੁੰਦਾ, ਆਪਾਂ ਫਸਟਲੀ ਇਹੀ ਕਲੀਅਰ ਕੀਤਾ। ਹੋਲਸੇਲਰ ਉਹ ਜਿਹੜਾ ਆਪਣਾ ਪ੍ਰੋਡਿਊਸਰ ਕੋਲ ਚੀਜ਼ਾਂ ਲੈ ਕੇ, ਪ੍ਰੋਡਿਊਸਰ ਕੋਲ ਗੁड्स ਲੈ ਕੇ ਲਾਰਜ ਕੁਆਂਟੀਟੀ ਦੇ ਵਿੱਚ ਦੈਨ ਰਿਟੇਲਰ ਨੂੰ ਸੇਲ ਕਰ ਦਿੰਦਾ, ਅਸੀਂ ਉਹਨੂੰ ਕੀ ਕਹਿੰਦੇ ਆ, ਹੋਲਸੇਲਰ, ਠੀਕ ਆ। ਇਹ ਇੱਕ ਚੇਨ ਬਣੀ ਹੁੰਦੀ ਆ। ਮੂਵਮੈਂਟ ਆਫ ਪ੍ਰੋਡਕਟ ਔਰ ਸਰਵਿਸ ਕਿਸ ਤਰ੍ਹਾਂ ਹੁੰਦੀ ਆ, ਫਸਟਲੀ ਪ੍ਰੋਡਿਊਸਰ ਕੋਲ, ਪ੍ਰੋਡਿਊਸਰ ਕੌਣ, ਜਿਹੜਾ ਗੁड्स ਨੂੰ ਪ੍ਰੋਡਿਊਸ ਕਰਦਾ, ਨੈਕਸਟ ਉਹ ਹੋਲਸੇਲਰ ਨੂੰ ਸੇਲ ਕਰਦਾ, ਹੋਲਸੇਲਰ ਰਿਟੇਲਰ ਨੂੰ, ਤੇ ਰਿਟੇਲਰ ਕਿਹਨੂੰ ਸੇਲ ਕਰ ਦਿੰਦੇ ਆ, ਕਸਟਮਰ ਨੂੰ। ਇਹਨੂੰ ਆਪਾਂ ਕੀ ਕਹਿੰਦੇ, ਡਿਸਟ੍ਰੀਬਿਊਸ਼ਨ ਚੇਨ ਵੀ ਕਿਹਾ ਜਾਂਦਾ। ਨੈਕਸਟ ਆ ਜਾਂਦਾ ਕਰੈਕਟਰਿਸਟਿਕਸ ਆਫ ਹੋਲਸੇਲਰ। ਹੋਲਸੇਲਰ ਦੀ ਆਪਣੀ ਕਰੈਕਟਰਿਸਟਿਕਸ ਕੀ ਹੋਣਗੀਆਂ? ਫਸਟਲੀ ਹੋਲਸੇਲਰ ਬਾਈ ਔਰ ਸੈਲ ਇਨ ਲਾਰਜ ਕੁਆਂਟੀਟੀ। ਹੋਲਸੇਲਰ ਕੀ ਕਰਦੇ ਆ, ਗੁड्स ਜੋ ਪਰਚੇਜ਼ ਕਰਦੇ ਆ ਉਹ ਕੀ ਕਰਦੇ ਆ, ਬਾਈ ਵੀ ਤੇ ਸੈਲ ਵੀ ਲਾਰਜ ਕੁਆਂਟੀਟੀ ਚ ਕਰਦੇ ਆ। ਨੈਕਸਟ ਆ ਜਾਂਦਾ ਇਹਨਾਂ ਦੀ ਟਾਈਪ ਜਿਹੜੀ ਉਹ ਲਿਮਿਟਡ ਹੋਏਗੀ ਗੁड्स ਦੀ। ਹੀ ਸੈਲ ਦਾ ਗੁड्स ਟੂ ਰਿਟੇਲਰ। ਇੱਕ ਗੁड्स ਕਿਹਨੂੰ ਸੇਲ ਕਰਦੇ ਆ, ਰਿਟੇਲਰ ਨੂੰ ਕਰਦੇ ਆ। ਹੀ ਜਨਰਲੀ ਪਰਚੇਜ਼ ਗੁड्स ਇਨ ਕੈਸ਼। ਕੈਸ਼ ਦੇ ਵਿੱਚ ਗੁड्स ਪਰਚੇਜ਼ ਕਰਦੇ ਆ ਮੋਸਟਲੀ, ਤੇ ਕ੍ਰੈਡਿਟ ਮੀਨਸ ਉਧਾਰ ਤੇ ਚੀਜ਼ਾਂ ਇਹ
ਰਿਟੇਲਰ ਨੂੰ ਸੇਲ ਕਰ ਦਿੰਦੇ ਆ। ਅੱਗੇ ਆਂਦਾ ਫॉर द एस्टैब्लिशमेंट ऑफ होलसेल ट्रेड लार्ज अमाउंट ऑफ कैपिटल इज रिक्वायर्ड। ਇੱਥੇ ਆਪਾਂ ਨੂੰ ਕੈਪੀਟਲ ਕਿਹੜੀ ਚਾਹੀਦੀ ਆ? ਲਾਰਜ ਅਮਾਉਂਟ ਦੀ ਚਾਹੀਦੀ ਆ। ही डज नॉट डिस्प्ले द गुड्स इन हिज शॉप। वो अपनी शॉप ते गुड्स डिस्प्ले नहीं करता। ही सैल गुड्स थ्रू द सैंपल। वो सैंपल के थ्रू गुड्स ਨੂੰ अपने सेल करेगा रिटेलर ਨੂੰ। ही जनरली ऑपरेट इन स्पैसिफिक एरिया। ਉਹ स्पैसिफिक एरिया ਦੇ ਵਿੱਚ ਹੀ ਡੀਲ ਕਰਦਾ ਵਾ। द गुड्स फॉर इंक्रीजिंग द सेल। ਉਹ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਵੀ ਕਰਦੇ। ਰੀਜ਼ਨ ਕੀ ਸੀ ਕਿ ਉਹ ਆਪਣੇ ਜਿਹੜੇ ਆਪਣੇ ਪ੍ਰੋਡਕਟ ਆ ਉਹਨਾਂ ਦੀ ਸੇਲ ਨੂੰ ਇਨਕਰੀਜ਼ ਕਰ ਸਕਣ। ਹੀ ਸਟੋਰੇਜ ਗੁੱਡਸ ਇਨ ਗੋਡਾਊਨ। ਉਹਨਾਂ ਕੋਲ ਕੁਆਂਟੀਟੀ ਜ਼ਿਆਦਾ ਹੁੰਦੀ ਹੈ, ਸੋ ਉਹਨਾਂ ਨੂੰ ਸਟੋਰ ਕਰਨ ਦੇ ਲਈ ਗੋਡਾਊਨਸ ਦੀ ਲੋੜ ਪੈਂਦੀ ਹੈ। ਨੈਕਸਟ ਆ ਇਹਦਾ ਲਾਸਟ ਪੁਆਇੰਟ, ਹੀ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਸ ਟੂ ਮੈਨੂਫੈਕਚਰ ਐਜ਼ ਵੈਲ ਰਿਟੇਲਰ। ਉਹ ਮੈਨੂਫੈਕਚਰ ਤੇ ਰਿਟੇਲਰ ਦੋਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਪ੍ਰੋਵਾਈਡ ਕਰਦਾ। ਉਹ ਕਿਸ ਤਰ੍ਹਾਂ? ਜਿਸ ਤਰ੍ਹਾਂ ਕਿ ਉਹ ਹੋਲਸੇਲਰ ਜਿਹੜੇ ਸੀਗੇ ਕੈਸ਼ ਸਮਾਨ ਲੈ ਕੇ ਤੇ ਰਿਟੇਲਰ ਨੂੰ ਉਧਾਰ ਤੇ ਸਮਾਨ ਵੇਚ ਦਿੰਦੇ। ਇਹ ਵੀ ਕੀ ਹੋ ਜਾਂਦੀ ਹੈ? ਫਾਈਨੈਂਸ਼ੀਅਲ ਹੈਲਪ ਹੋ ਜਾਂਦੀ ਆ। ਸੋ ਇਹ ਸੀਗੇ ਆਪਣੇ ਫੀਚਰਸ। ਨੈਕਸਟ ਆ ਜਾਂਦਾ ਫੰਕਸ਼ਨਸ ਆਫ ਹੋਲਸੇਲਰ। ਫੰਕਸ਼ਨ ਮੀਨਸ ਹੋਲਸੇਲਰ ਕੀ ਕੀ ਕੰਮ ਕਰਦਾ, ਠੀਕ ਹੈ। ਫਰਸਟਲੀ ਆ ਜਾਂਦਾ ਬਾਇੰਗ ਐਂਡ ਅਸੈਂਬਲਿੰਗ ਆਫ ਗੁੱਡਸ। ਬਾਇੰਗ ਐਂਡ ਅਸੈਂਬਲਿੰਗ ਆਫ ਗੁੱਡਸ ਵਿੱਚ ਆ ਜਾਂਦਾ ਕਿ ਹੋਲਸੇਲਰ ਕੀ ਕਰਦਾ? ਵੇਰੀਅਸ ਮੈਨੂਫੈਕਚਰ ਤੋਂ ਗੁੱਡਸ ਲੈ ਕੇ ਤੇ ਰਿਟੇਲਰ ਦੀ ਕਨਵੀਨੀਅੰਸ ਦੇ ਅਕੋਰਡਿੰਗ ਉਹਨਾਂ ਨੂੰ ਗੁੱਡਸ ਅੱਗੇ ਪ੍ਰੋਵਾਈਡ ਕਰਦਾ। ਇਹ ਹੁੰਦਾ ਬਾਇੰਗ ਐਂਡ ਅਸੈਂਬਲਿੰਗ ਆਫ ਗੁੱਡਸ। ਨੈਕਸਟ ਆ ਜਾਂਦਾ ਸਟੋਰਿੰਗ ਆਫ ਗੁੱਡਸ। ਸਟੋਰਿੰਗ ਆਫ ਗੁੱਡਸ ਦੇ ਵਿੱਚ ਮੀਨਸ ਜਦੋਂ ਹੋਲਸੇਲਰ ਗੁੱਡਸ ਨੂੰ ਪਰਚੇਜ਼ ਕਰਦਾ, ਠੀਕ ਆ, ਉਹ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਦੇ ਵਿੱਚ ਗੈਪ ਤਾਂ ਹੁੰਦਾ। ਜਦੋਂ ਪ੍ਰੋਡਕਸ਼ਨ ਤੇ ਕੰਜ਼ੰਪਸ਼ਨ ਦੇ ਵਿੱਚ ਗੈਪ ਹੋਏਗਾ ਤਾਂ ਇਟ ਮੀਨਸ ਡਿਮਾਂਡ ਦੇ ਵਿੱਚ ਵੀ ਗੈਪ ਹੋਏਗਾ। ਆਪਣੀ ਸਪਲਾਈ ਕੀ ਹੋ ਰਹੀ ਆ? ਰੈਗੂਲਰ ਹੋ ਰਹੀ ਆ। ਸੋ ਹੋਲਸੇਲਰ ਨੂੰ ਕੀ ਕਰਨਾ ਪੈਂਦਾ? ਆਪਣੀਆਂ ਗੁੱਡਸ ਨੂੰ ਵੇਅਰ ਹਾਊਸ ਦੇ ਵਿੱਚ ਸਟੋਰ ਕਰਕੇ ਰੱਖਣਾ ਪੈਂਦਾ। ਨੈਕਸਟ ਆ ਜਾਂਦਾ ਗ੍ਰੇਡਿੰਗ ਐਂਡ ਪੈਕਿੰਗ। ਹੋਲਸੇਲਰ ਕੀ ਕਰਦਾ? ਗੁੱਡਸ ਲਾਰਜ ਕੁਆਂਟੀਟੀ ਦੇ ਵਿੱਚ ਪਰਚੇਜ਼ ਕਰਕੇ ਤੇ ਉਹਨਾਂ ਨੂੰ ਕੀ ਕਰਦੇ? ਸਮਾਲ ਕੁਆਂਟੀਟੀ ਦੇ ਵਿੱਚ ਰਿਟੇਲਰ ਨੂੰ ਸੇਲ ਕਰ ਦਿੰਦੇ ਆ ਤੇ ਉਹਨਾਂ ਨੂੰ ਡਿਫਰੈਂਟ ਗ੍ਰੇਡਸ ਪ੍ਰੋਵਾਈਡ ਕੀਤੀ ਜਾਂਦੀ ਆ ਅਕੋਰਡਿੰਗ ਟੂ ਕੁਆਲਿਟੀ। ਇਹ ਸੀਗਾ ਗ੍ਰੇਡਿੰਗ ਐਂਡ ਪੈਕਿੰਗ। ਨੈਕਸਟ ਆ ਜਾਂਦਾ ਟਰਾਂਸਪੋਰਟਿੰਗ। ਟਰਾਂਸਪੋਰਟਿੰਗ ਦੇ ਵਿੱਚ ਦੇਖੋ ਰਾਜੇ ਕਿ ਜਿਹੜਾ ਮੇਨ ਫੰਕਸ਼ਨ ਹੈ ਹੋਲਸੇਲਰ ਦਾ ਮੰਨੀ ਜਾਂਦਾ। ਰੀਜ਼ਨ ਕੀ ਸੀਗਾ? ਜੇ ਤਾਂ ਹੋਲਸੇਲਰ ਕਹਿੰਦਾ ਕਿ ਮੈਨੂੰ ਪ੍ਰੋਫਿਟ ਹੋਵੇ, ਠੀਕ ਆ, ਮੈਂ ਆਪਣੇ ਬਿਜ਼ਨਸ ਨੂੰ ਇਕਨੋਮਿਕਲ ਤੇ ਐਫੀਸ਼ੀਐਂਟ ਵੇ ਦੇ ਨਾਲ ਹੈਂਡਲ ਕਰਨਾ, ਤੇ ਉਹ ਕੀ ਕਰ ਲੈਂਦੇ? ਆਪਣੇ ਟਰਾਂਸਪੋਰਟ ਫੈਸਿਲਿਟੀ ਨੂੰ ਅਰੇਂਜ ਕਰਨਗੇ। ਰੀਜ਼ਨ ਉਹਨਾਂ ਨੇ ਮੈਨੂਫੈਕਚਰ ਤੋਂ ਚੀਜ਼ਾਂ ਲੈ ਕੇ ਆਪਣੇ ਗੋਡਾਊਨ ਤੱਕ ਲੈ ਕੇ ਜਾਣੀਆਂ, ਤੇ ਜੇ ਉਹਨਾਂ ਕੋਲ ਟਰਾਂਸਪੋਰਟ ਫੈਸਿਲਿਟੀ ਨਹੀਂ ਹੋਏਗੀ ਤਾਂ ਕਿਵੇਂ ਕਰਨਗੇ? ਸੋ ਉਹ ਆਪਣੀ ਟਰਾਂਸਪੋਰਟਿੰਗ ਫੈਸਿਲਿਟੀ ਮੋਸਟਲੀ ਲੈਂਦੇ ਆ। ਜੇ ਨਹੀਂ ਹੋਏਗੀ ਤੇ ਉਹ ਕਿਸੇ ਤੋਂ ਹਾਇਰ ਕਰ ਲੈਣਗੇ। ਇਹ ਆ ਗਿਆ ਟਰਾਂਸਪੋਰਟਿੰਗ। ਇਹ ਵੀ ਹੋਲਸੇਲਰ ਦਾ ਫੰਕਸ਼ਨ ਆ। ਨੈਕਸਟ ਆ ਜਾਂਦਾ ਫਾਈਨਾਂਸਿੰਗ। ਜਿਸ ਤਰ੍ਹਾਂ ਆਪਾਂ ਫੀਚਰਸ ਦੇ ਵਿੱਚ ਹੀ ਕੀਤਾ ਸੀਗਾ, ਹੋਲਸੇਲਰ ਕੀ ਕਰਦੇ ਆ? ਮੈਨੂਫੈਕਚਰ ਤੋਂ ਗੁੱਡਸ ਕੈਸ਼ ਵਿੱਚ ਲੈ ਕੇ ਉਸ ਤੋਂ ਬਾਅਦ ਜਾਂ ਫਿਰ ਉਹਨਾਂ ਨੂੰ ਮੈਨੂਫੈਕਚਰ ਦੀ ਹੈਲਪ ਕਰਨ ਲਈ ਕਿਵੇਂ ਕਰਨਗੇ? ਉਹਨਾਂ ਨੂੰ ਐਡਵਾਂਸ ਵੀ ਪੇਮੈਂਟ ਕਰ ਦਿੰਦੇ ਆ, ਜਾਂ ਮੈਨੂਫੈਕਚਰ ਤੋਂ ਕੈਸ਼ ਲੈ ਕੇ ਰਿਟੇਲਰ ਨੂੰ ਕੀ ਕਰ ਦਿੰਦੇ ਆ? ਕ੍ਰੈਡਿਟ ਤੇ ਸੇਲ ਕਰ ਦਿੰਦੇ ਆ। ਇਹ ਕੀ ਆ ਗਿਆ? ਇਹ ਵੀ ਫੰਕਸ਼ਨ ਮੈਨੂਫੈਕਚਰ ਦੀ ਵੀ ਹੈਲਪ ਹੋਗੀ ਐਂਡ ਰਿਟੇਲਰ ਦੀ ਵੀ ਹੈਲਪ ਹੋ ਜਾਂਦੀ ਆ। ਸੋ ਨੈਕਸਟ ਆ ਜਾਂਦਾ ਰਿਸਕ ਬੀਅਰਿੰਗ। ਰਿਸਕ ਬੀਅਰਿੰਗ ਕੀ ਹੋਏਗਾ ਜੀ? ਰਿਸਕ ਬੀਅਰਿੰਗ ਮੀਨ ਦ ਹੋਲਸੇਲਰ ਹੈਵ ਟੂ ਸਟਾਕ ਦ ਗੁੱਡਸ। ਇਹ ਆਪਾਂ ਪਹਿਲਾਂ ਕੀਤਾ ਹੀ ਆ ਸਟੋਰਿੰਗ ਦੇ ਵਿੱਚ ਕਿ ਉਹਨੂੰ ਜਿਹੜਾ ਹੋਲਸੇਲਰ ਆ ਉਹਨੂੰ ਆਪਣੀਆਂ ਗੁੱਡਸ ਨੂੰ ਕੀ ਕਰਕੇ ਰੱਖਣਾ ਪੈਂਦਾ? ਸਟੋਰ ਕਰਕੇ ਰੱਖਣਾ ਪੈਂਦਾ, ਠੀਕ ਆ। ਹੁਣ ਜਿਹੜੇ ਸਟੋਰ ਕੀਤਾ ਉਹਨੇ ਲਾਰਜ ਕੁਆਂਟੀਟੀ ਹੋਏਗੀ, ਠੀਕ ਆ। ਜਿਹੜੇ ਗੋਡਾਊਨ ਦੇ ਵਿੱਚ ਉਹਨੇ ਸਟੋਰ ਕੀਤਾ ਹੋ ਸਕਦਾ ਉੱਥੇ ਚੋਰੀ ਹੋ ਜੇ, ਖਰਾਬ ਹੋ ਜੇ ਸਮਾਨ, ਅੱਗ ਲੱਗ ਜੇ, ਠੀਕ ਆ। ਇਹ ਸਾਰੀ ਰੀਜ਼ਨ ਕਰਕੇ ਉਹਦੀ ਕੁਆਲਿਟੀ ਤੇ ਵੀ ਇਫੈਕਟ ਪੈ ਸਕਦਾ ਤੇ ਜਿਹੜੀ ਫਲਕਚੁਏਸ਼ਨ ਵੀ ਹੋ ਸਕਦੀ ਆ। ਉਹਦੇ ਕੋਲ ਗੁੱਡਸ ਜ਼ਿਆਦਾ ਸਟੋਰ ਹੋਣ ਬਟ ਇੰਨੀ ਡਿਮਾਂਡ ਨਾ ਹੀ ਹੋਵੇ ਮਾਰਕੀਟ ਦੇ ਵਿੱਚ। ਸੋ ਇਦਾਂ ਦੇ ਰਿਸਕ ਬੀਅਰਿੰਗ ਵੀ ਕੌਣ ਕਰੇਗਾ? ਹੋਲਸੇਲਰ ਹੀ ਕਰੇਗਾ। ਸੋ ਨੈਕਸਟ ਆ ਜਾਂਦਾ ਪ੍ਰੋਵਾਈਡਿੰਗ ਮਾਰਕੀਟ ਇਨਫੋਰਮੇਸ਼ਨ। ਹੋਲਸੇਲਰ ਕੀ ਕਰਦਾ? ਪ੍ਰੋਵਾਈਡ ਕਰਦਾ ਮਾਰਕੀਟ ਇਨਫੋਰਮੇਸ਼ਨ, ਠੀਕ ਆ, ਮੈਨੂਫੈਕਚਰ ਨੂੰ। ਰੀਜ਼ਨ ਕੀ ਆ? ਹੁਣ ਮਾਰਕੀਟ ਦੇ ਵਿੱਚ ਕੌਣ ਜਾਂਦੇ ਆ? ਹੋਲਸੇਲਰ ਜਾਂਦੇ ਆ। ਸੋ ਪ੍ਰੋਡਕਟ ਦੀ ਡਿਮਾਂਡ ਕੀ ਆ, ਕਿਸ ਤਰ੍ਹਾਂ ਦਾ ਪ੍ਰੋਡਕਟ ਕਸਟਮਰ ਪ੍ਰੈਫਰ ਕਰਦਾ ਪਿਆ, ਇਹ ਸਾਰੀ ਚੋਇਸ ਬਾਰੇ, ਕਸਟਮਰ ਦੀ ਪ੍ਰੈਫਰੈਂਸ ਬਾਰੇ ਇਨਫੋਰਮੇਸ਼ਨ ਕੌਣ ਪ੍ਰੋਵਾਈਡ ਕਰਦਾ ਵਾ? ਹੋਲਸੇਲਰ। ਕਿਹਨੂੰ ਕਰੇਗਾ? ਮੈਨੂਫੈਕਚਰ ਨੂੰ ਕਰੇਗਾ। ਫਿਰ ਮੈਨੂਫੈਕਚਰ ਉਸੇ ਅਕੋਰਡਿੰਗ ਆਪਣੇ ਪ੍ਰੋਡਕਟ ਨੂੰ ਮੈਨੂਫੈਕਚਰ ਕਰਦੇ ਆ।
ਨੈਕਸਟ ਆ ਜਾਂਦਾ ਡਿਸਪਰਸਿੰਗ ਆਫ ਗੁੱਡਸ। ਡਿਸਪਰਸਿੰਗ ਆਫ ਗੁੱਡਸ ਮੀਨਸ ਉਹਨਾਂ ਨੂੰ ਡਿਸਟ੍ਰੀਬਿਊਟ ਕਰਨਾ। ਹੋਲਸੇਲਰ ਕੀ ਕਰਦੇ ਆ, ਲਾਰਜ ਸਟਾਕ ਆਫ ਗੁੱਡਸ ਉਹਨਾਂ ਕੋਲ ਹੋਏਗਾ ਤੇ ਉਸ ਤੋਂ ਬਾਅਦ ਉਹ ਗੁੱਡਸ ਰਿਟੇਲਰ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਰਿਟੇਲਰ ਹੁੰਦੇ ਆ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਵੀ ਕੌਣ ਕਰਦੇ ਆ, ਹੋਲਸੇਲਰ ਹੀ ਕਰਦੇ ਆ। 9th ਪੁਆਇੰਟ ਮੈਨੇਜਰੀਅਲ ਐਡਵਾਈਸ। ਮੈਨੇਜਰੀਅਲ ਐਡਵਾਈਸ ਦੇ ਵਿੱਚ ਆ ਜਾਂਦਾ ਕਿ ਜਿਹੜੇ ਹੋਲਸੇਲਰ ਆ ਉਹ ਆਪਣੀ ਵੈਲਿਊਏਬਲ ਐਡਵਾਈਸ ਕਿਹਨੂੰ ਦਿੰਦੇ ਆ, ਰਿਟੇਲਰ ਨੂੰ ਦਿੰਦੇ ਆ, ਤਾਂ ਜੋ ਆਪਣਾ ਬਿਜ਼ਨਸ ਵਧੀਆ ਤਰੀਕੇ ਨਾਲ ਕਰ ਸਕਣ। ਜਿਸ ਤਰ੍ਹਾਂ ਕਿ ਗੁੱਡਸ ਨੂੰ ਕਿਵੇਂ ਡਿਸਪਲੇ ਕਰੋ ਸ਼ਾਪ ਤੇ, ਠੀਕ ਆ, ਉਹਨਾਂ ਨੂੰ ਸੈਲਿੰਗ ਟੈਕਨੀਕ ਦੱਸਦੇ ਤਾਂ ਜੋ ਉਹਨਾਂ ਦੇ ਪ੍ਰੋਡਕਟ ਦੀ ਸੇਲ ਜਿਹੜੀ ਆ ਉਹ ਇਨਕਰੀਜ਼ ਹੋ ਸਕੇ। ਲਾਸਟ ਪੁਆਇੰਟ ਆ ਜਾਂਦਾ ਸੇਲ ਟ੍ਰੇਨਿੰਗ। ਸੇਲ ਟ੍ਰੇਨਿੰਗ ਦੇ ਵਿੱਚ ਆ ਜਾਂਦਾ ਹੋਲਸੇਲਰ ਕਈ ਵਾਰੀ ਕੀ ਕਰਦੇ ਆ, ਆਪਣੀ ਸੇਲ ਦੀ ਟ੍ਰੇਨਿੰਗ ਦਿੰਦੇ ਆ ਰਿਟੇਲਰ ਨੂੰ ਤਾਂ ਜੋ ਆਪਣੇ ਪ੍ਰੋਡਕਟ ਦੀ ਸੇਲ ਇਨਕਰੀਜ਼ ਕਰ ਸਕਣ। ਇਹਦੇ ਨਾਲ ਹੋਲਸੇਲਰ ਦਾ ਵੀ ਬੈਨੀਫਿਟ ਆ ਤੇ ਰਿਟੇਲਰ ਦਾ ਵੀ ਬੈਨੀਫਿਟ ਆ। ਸੋ ਰਾਜੇ ਆਪਾਂ ਇਸ ਦੀ ਵੀਡੀਓ ਵਿੱਚ ਕੀਤਾ ਸੀਗਾ ਇੰਟਰਨਲ ਟ੍ਰੇਡ ਦਾ ਮੀਨਿੰਗ, ਟਾਈਪਸ, ਨੈਕਸਟ ਉਹਨਾਂ ਦੇ ਜਿਹੜੀ ਅੱਗੇ ਸਬ ਡਿਵਾਈਡ ਕੀਤਾ ਹੋਇਆ ਆਪਾਂ ਉਹ ਡਿਸਕਸ ਕੀਤੇ ਆ। ਇਸ ਤੋਂ ਬਾਅਦ ਆ ਗਿਆ ਹੋਲਸੇਲਰ ਦਾ ਮੀਨਿੰਗ ਐਂਡ ਫੀਚਰਸ ਪਲੱਸ ਫੰਕਸ਼ਨਸ ਆਫ ਅ ਹੋਲਸੇਲਰ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋ। ਥੈਂਕ ਯੂ।